ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 164ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਾਲਾ ਮਹੱਲਾ ਪੰਜਵਾਂ। ਹਰ ਬਿਨ ਅਵਰ ਕਿਆ ਕਿਰਿਆ ਬਿਰਥੇ, ਜਪ ਤਪ ਸੰਜਮ ਕਰਮ ਕਮਾਣੇ, ਇਹ ਉਰੇ ਮੂਸੇ ਰਹਾਓ। ਹਰ ਬਿਨ ਅਵਰ ਕਿਰਿਆ ਬਿਰਥੇ, ਜਪ ਤਪ ਸੰਜਮ ਕਰਮ ਕਮਾਣੇ, ਇਹ ਉਰੇ ਮੂਸੇ ਰਹਾਓ। बर्त नीम संजम में रहता, तिनका आड न पाया, आगे चलन और है भाई, ऊहाँ काम न आया। तीरथ नाए अर तरनी भ्रमता, आगे ठौर न पावे, ऊहाँ काम न आवे। ए बिद ओ लोगन ही पतियावे, चतुर वेद मुख बचनी उचरे, आगे मैल न पाइए। बूझे नाई एक सुदाखर, ओ सगली चाख चखाइए। नानक कहतो ये बिचारा, जो कमावे सो पार ग्रामी। गुर सेवे अर नाम त्यावे, त्यागे मनो गुमानी। नानक कहतो ये बिचारा, जे कमावे सो पार गुरामी। गुर सेवे अर नाम ਧਿਆਵੇ, त्यागे मने गमानी। ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਗੁਰਮੁਖੋ ਪਰਮੇਸ਼ਰ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੋਂ ਬਿਨਾਂ ਹੋਰ ਸਾਰੇ ਕੰਮ ਕਰਮ ਵਿਅਰਥ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰ ਤੋਂ ਬਿਨਾਂ ਜਿਤਨੇ ਜਪ ਤਪ ਸੰਜਮ ਅਸੀਂ ਵਿਖਾਵੇ ਦੇ ਕਰਮ ਆਦਿ ਕਮਾਉਂਦੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਨੇ ਇਹ ਮੁੱਸੇ ਭਾਵ ਇਹ ਉਰੇ ਹੀ ਭਾਵ ਇੱਥੇ ਹੀ ਇਸ ਜੀਵਨ ਵਿੱਚ ਹੀ ਲੁੱਟੇ ਜਾਣੇ ਹਨ ਜੀ। ਲੁੱਟੇ ਜਾਣੇ ਹਨ ਜੀ ਭਾਵ ਵਿਅਰਥ ਜਾਣੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਜਿਤਨੇ ਵੀ ਅਸੀਂ ਵਿਖਾਵੇ ਦੇ ਵਰਤ ਨੇਮ ਅਤੇ ਸੰਜਮ ਆਦਿ ਕਰਮ ਕਾਂਡਾਂ ਵਿੱਚ ਲੱਗੇ ਰਹਿੰਦੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਉਹਨਾਂ ਦਾ ਆਡ ਨਾ ਪਾਇਆ ਭਾਵ ਅੱਧਾ ਵੀ ਕੌਡੀ ਜਿਤਨਾ ਵੀ ਮੁੱਲ ਨਹੀਂ ਪੈਂਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅੱਗੇ ਚੱਲਣ ਔਰ ਹੈ ਭਾਈ ਭਾਵ ਅੱਗੇ ਰੱਬੀ ਦਰਗਾਹ ਵਿੱਚ ਅੱਗੇ ਚੱਲਣ ਔਰ ਹੈ ਭਾਈ ਔਰ ਭਾਵ ਰਿਵਾਜ ਰੀਤੀ ਭਾਵ ਗੁਰਮੁਖੋ ਅੱਗੇ ਪਰਮੇਸ਼ਰ ਦੇ ਦਰਬਾਰ ਵਿੱਚ ਹੋਰ ਤਰ੍ਹਾਂ ਦਾ ਰਿਵਾਜ ਰੀਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉੱਥੇ ਦੁਨੀਆ ਦਾ ਕਮਾਇਆ ਹੋਇਆ ਧਨ ਪਦਾਰਥ ਹਉਮੈ ਕਿਸੇ ਕੰਮ ਨਹੀਂ ਆਉਂਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਜਿਹੜੇ ਮਨੁੱਖ ਵਿਖਾਵੇ ਦੇ ਤੀਰਥਾਂ ਦੇ ਇਸ਼ਨਾਨ ਕਰਦੇ ਹਨ ਅਤੇ ਸਾਰੀ ਦੁਨੀਆ ਸਾਰੀ ਧਰਤੀ ਵਿੱਚ ਚੱਕਰ ਲਾਉਂਦੇ ਫਿਰਦੇ ਹਨ। ਫਿਰ ਗੁਰੂ ਜੀ ਕਹਿੰਦੇ ਨੇ ਉਹ ਵੀ ਅੱਗੇ ਦਰਗਾਹ ਰੱਬੀ ਦਰਗਾਹ ਵਿੱਚ ਆਪਣੀ ਥਾਂ ਪ੍ਰਾਪਤ ਨਹੀਂ ਕਰ ਸਕਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉੱਥੇ ਵੀ ਪਰਲੋਕ ਵਿੱਚ ਇਸ ਵਿਧੀ ਨਾਲ ਕੀਤੇ ਕਰਮ ਕਾਂਡ ਕਿਸੇ ਲਾਭ ਦੇ ਨਹੀਂ ਆਉਂਦੇ ਜੀ। ਇਹਨਾਂ ਦਾ ਕੋਈ ਫਾਇਦਾ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਇਸ ਤਰ੍ਹਾਂ ਸਮਝੋ ਜੀ ਕਿ ਉਹ ਲੋਕਾਂ ਨੂੰ ਦਿਖਾ ਰਹੇ ਹਨ ਪ੍ਰਚਾਰ ਰਹੇ ਹਨ ਕਿ ਮੈਂ ਬੜਾ ਜੀ ਇਹ ਤੀਰਥ ਇਸ਼ਨਾਨ ਸਾਰੀ ਦੁਨੀਆ 'ਚ ਘੁੰਮ ਕੇ ਕਰ ਲਏ ਹਨ ਜੀ। ਪਰ ਜੇ ਤੀਰਥ ਇਸ਼ਨਾਨ ਅੰਦਰ ਹੀ ਨਹੀਂ ਕੀਤਾ ਅਤੇ ਉਹਨਾਂ ਦਾ ਕੀ ਫਾਇਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੇ ਕੋਈ ਜੀਵ ਚਾਰੇ ਵੇਦ ਭਾਵ ਸਾਡੇ ਵਾਂਗ
ਚਾਰੇ ਵੇਦ ਭਾਵ ਜੇ ਕੋਈ ਸਾਡੇ ਵਾਸਤੇ ਗੁਰਬਾਣੀ ਕੰਠ ਕਰਕੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਮੂੰਹ ਜ਼ਬਾਨੀ ਯਾਦ ਕਰਕੇ ਉਚਾਰਦਾ ਹੈ ਤੇ ਦਿਖਾਵਾ ਕਰਦਾ ਹੈ ਕਿ ਮੈਂ ਸਾਰਾ ਕੁਛ ਕੰਠ ਕਰ ਲਿਆ ਹੈ, ਫਿਰ ਗੁਰੂ ਜੀ ਕਹਿੰਦੇ ਹਨ ਉਹ ਵੀ ਅੱਗੇ ਭਾ ਪਰਲੋਕ ਵਿੱਚ ਰੱਬੀ ਮਹਿਲ ਵਿੱਚ ਆਪਣਾ ਸਥਾਨ ਪ੍ਰਾਪਤ ਨਹੀਂ ਕਰ ਸਕਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਹੜੇ ਜੀਵ ਪਰਮੇਸ਼ਰ ਦਾ ਇੱਕ ਸ਼ੁੱਧ ਅੱਖਰ ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਹੀਂ ਸਮਝਦਾ ਜੀ, ਫਿਰ ਗੁਰੂ ਜੀ ਕਹਿੰਦੇ ਹਨ ਤਾਂ ਉਹ ਇਸ ਤਰ੍ਹਾਂ ਜਾਣੋ ਜੀ ਕਿ ਉਹਦੀਆਂ ਸਾਰੀਆਂ ਦਿਖਾਵੇ ਦੀਆਂ ਕਰਤੂਤਾਂ ਗੱਲਾਂ ਸਿਰਫ ਆਪਣੇ ਆਪ ਦਾ ਟਾਈਮ ਖਰਾਬ ਕਰ ਰਿਹਾ ਹੈ ਜੀ ਤੇ ਝਾਕੀ ਮਾਰ ਰਿਹਾ ਹੈ ਜੀ। ਜੇ ਉਸਦੇ ਅੰਦਰ ਉਸਦੇ ਹਿਰਦੇ ਅੰਦਰ ਕੁਝ ਨਹੀਂ ਹੈ ਜੀ ਤਾਂ ਇਹ ਸਭ ਦਿਖਾਵੇ ਦੇ ਹੀ ਕੰਮ ਹਨ ਜੀ, ਇਹ ਵੀ ਅੱਗੇ ਕੰਮ ਨਹੀਂ ਆਉਣੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਹੜੇ ਗੁਰਮੁਖ ਇਹ ਤੱਤ ਵਿਚਾਰ ਆਖਦਾ ਹੈ ਜੀ, ਜਿਹੜੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਘਾਲ ਕਮਾਈ ਕਰਦੇ ਹਨ ਭਾਵ ਆਪਣਾ ਜੀਵਨ ਗੁਰਮਤਿ ਅਨੁਸਾਰ ਰਹਿੰਦੇ ਹਨ, ਆਪਣੇ ਜੀਵਨ ਵਿੱਚ ਉਸ ਦੀ ਵਰਤੋਂ ਲਿਆਂਦੇ ਹਨ, ਹੰਕਾਰ ਹਉਮੈ ਮਾਇਆਵੀ ਵਿਕਾਰ ਛੱਡਦੇ ਹਨ, ਗੁਰਮਤਿ ਨੂੰ ਅਪਣਾਉਂਦੇ ਹਨ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਇਸ ਸੰਸਾਰ ਸਾਗਰ ਤੋਂ ਪਾਰ ਪਹੁੰਚਣ ਵਾਲੇ ਬਣ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਲਈ ਗੁਰਮੁਖੋ ਗੁਰੂ ਰੂਪ ਗੁਰਬਾਣੀ ਨੂੰ ਸੇਵੋ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਆਪਣੇ ਮਨ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰੋ ਜੀ। ਫਿਰ ਗੁਰੂ ਜੀ ਕਹਿੰਦੇ ਨੇ ਅਤੇ ਗੁਰਬਾਣੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਜੀਵਨ ਵਿੱਚ ਮਨ ਤੋਂ ਹਿਰਦੇ ਤੋਂ ਅਹੰਕਾਰਪੁਣਾ ਦੂਰ ਕਰ ਦਿਓ ਜੀ। ਫਿਰ ਗੁਰੂ ਜੀ ਕਹਿੰਦੇ ਹਨ ਤਾਂ ਹੀ ਇਸ ਜ਼ਿੰਦਗੀ ਤੋਂ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਓਗੇ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜਿਸ ਤਰ੍ਹਾਂ ਇਸ ਪੰਕਤੀ 'ਚ ਗੁਰੂ ਜੀ ਦੱਸਦੇ ਹਨ ਊਹਾਂ ਕਾਮ ਨ ਆਵੇ ਇਹ ਬਿਦ ਉਹ ਲੋਗਨ ਹੀ ਪਤਿਆਵੇ। ਊਹਾਂ ਕਾਮ ਨ ਆਵੇ ਇਹ ਬਿਦ ਉਹ ਲੋਗਨ ਹੀ ਪਤਿਆਵੇ ਭਾਵ ਇਹ ਜਿਹੜੇ ਦਿਖਾਵੇ ਦੇ ਕਰਮ ਕਾਂਡ ਜੇ ਕੋਈ ਕਰਦਾ ਹੈ ਜੀ ਤਾਂ ਇਹ ਲੋਕਾਂ ਨੂੰ ਵਿਖਾਉਣ ਵਿੱਚ ਹੀ ਕਰਦਾ ਪਿਆ ਹੈ, ਇਹ ਤੁਹਾਡੇ ਕਿਸੇ ਕੰਮ ਨਹੀਂ ਆਉਣ ਵਾਲੇ ਜੀ। ਇਸ ਦੇ ਨਾਲ ਤੁਸੀਂ ਆਪਣਾ ਵਕਤ ਹੀ ਖਰਾਬ ਕਰਦੇ ਪਏ ਹੋ ਜੀ। ਫਿਰ ਗੁਰੂ ਜੀ ਦੱਸਦੇ ਹਨ ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੋਂ ਬਿਨਾਂ ਹੋਰ ਜਿਤਨੇ ਵੀ ਜਪ ਤਪ ਸੰਜਮ ਮੰਤਰ ਤੀਰਥ ਨਾਣੇ ਇਹ ਸਭ ਉਰੇ ਹੀ ਲੁੱਟੇ ਜਾਂਦੇ ਹਨ ਭਾਵ ਇੱਥੇ ਹੀ ਰਹਿ ਜਾਣੇ ਹਨ ਜੀ। ਅੱਗੇ ਸਾਡੇ ਨਾਲ ਰੱਬੀ ਦਰਗਾਹ ਵਿੱਚ ਨਹੀਂ ਜਾਣੇ ਜੀ। ਫਿਰ ਗੁਰੂ ਜੀ ਦੱਸਦੇ ਹਨ ਕਿ ਇਹ ਅਜਿਹੇ ਕਰਮ ਕਾਂਡਾਂ ਦੀ ਪੰਡ ਬੰਨ੍ਹ ਕੇ ਜੇ ਅਸੀਂ ਪਰਲੋਕ ਵਿੱਚ ਲੈ ਵੀ ਜਾਈਏ ਫਿਰ ਗੁਰੂ ਜੀ ਕਹਿੰਦੇ ਹਨ ਇਹਨਾਂ ਦਾ ਮੁੱਲ ਇੱਕ ਕੌਡੀ ਤੇ ਕਸੀਰੇ ਜਿੰਨਾ ਵੀ ਨਹੀਂ ਹੈ ਜੀ। ਸੋ ਗੁਰੂ ਜੀ ਕਹਿੰਦੇ ਹਨ ਨਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਜਾਪ ਕਰਨਾ ਸਭ ਤੋਂ ਵੱਡੀ ਪਦਵੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇੱਕ ਰਸ ਰਹਿਣ ਵਾਲੇ ਸ਼ੁੱਧ ਅੱਖਰ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ
ਆਪਣੇ ਅਨੁਭਵ ਵਿੱਚ ਵਸਾਉਣਾ, ਆਪਣੇ ਜੀਵਨ ਵਿੱਚ ਦੀ ਵਰਤੋਂ ਵਿੱਚ ਲਿਆਉਣਾ ਅਤੇ ਉਸ ਨਾਲ ਆਪਣੇ ਮਾਇਆਵੀ ਵਿਕਾਰ ਕਾਬੂ ਵਿੱਚ ਕਰਨੇ, ਹੰਕਾਰ ਦੂਰ ਕਰ, ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਖਤਮ ਕਰਨੇ, ਤਾਂ ਹੀ ਫਿਰ ਗੁਰਸ਼ਬਦ ਗੁਰਬਾਣੀ ਨਾਮ ਤੁਹਾਡੇ ਅੰਦਰ ਵਸਿਆ ਹੋਇਆ ਹੈ ਜੀ। ਉਹ ਹੀ ਅੱਗੇ ਰੱਬੀ ਦਰਗਾਹ ਵਿੱਚ ਕੇਵਲ ਅਤੇ ਕੇਵਲ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਹੀ ਨਾਲ ਜਾਣਾ ਹੈ ਜੀ। ਉਹ ਵੀ ਜੇ ਅਸੀਂ ਆਪਣੇ ਅੰਦਰ ਵਸਾਇਆ ਹੋਵੇ, ਅਸੀਂ ਉਸ ਤਰ੍ਹਾਂ ਦੀ ਜ਼ਿੰਦਗੀ ਰਹਿੰਦੇ ਹੋਈਏ ਤਦ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ, ਨਾਨਕ ਕਹਿਤੋ ਇਹ ਵਿਚਾਰਾ ਜੇ ਕਮਾਵੇ ਸੋ ਪਾਰਗ੍ਰਾਮੀ। ਨਾਨਕ ਕਹਿਤੋ ਇਹ ਵਿਚਾਰਾ ਜੇ ਕਮਾਵੇ ਸੋ ਪਾਰਗ੍ਰਾਮੀ। ਗੁਰ ਸੇਵੇ ਅਰ ਨਾਮ ਧਿਆਵੋ ਤਿਆਗੋ ਮਨੋ ਗੁਮਾਨੀ। ਗੁਰ ਸੇਵੇ ਅਰ ਨਾਮ ਧਿਆਵੋ ਤਿਆਗੋ ਮਨੋ ਗੁਮਾਨੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।